जी आए ਨੂੰ ਪਿਆਰੇ ਵਿਦਿਆਰਥੀਓ 9th ਕਲਾਸ ਦੀ ਇੰਗਲਿਸ਼ ਦੀ ਬੁੱਕ ਲਿਟਰੇਚਰ ਵਾਲੀ ਸਪਲੀਮੈਂਟਰੀ ਰੀਡਰ ਲੈਸਨ ਨੰਬਰ 8 ਦੀ ਬਿਵਿਚਡ ਜੈਕਟ ਕੁਐਸਚਨ ਆਨਸਰਸ ਇਸ ਵੀਡੀਓ 'ਚ ਕਰਨ ਜਾ ਰਹੇ ਹਾਂ। ਸੋ ਨੋਟਬੁੱਕ ਅਤੇ ਪੈਨ ਲੈ ਲਓ ਤੇ ਆਨਸਰਸ ਨੂੰ ਕਾਪੀ ਡਾਊਨ ਕਰ ਲਓ, ਪਰ ਜਿਹੜੀ ਟ੍ਰਾਂਸਲੇਸ਼ਨ ਤੇ ਐਕਸਪਲੇਨੇਸ਼ਨ ਸਮਝਾਈ ਜਾਏਗੀ ਉਹਨੂੰ ਬੜੇ ਧਿਆਨ ਦੇ ਨਾਲ ਸੁਣੋ ਤੇ ਮਗਰੋਂ ਦੀ ਇਹਨਾਂ ਆਨਸਰਸ ਨੂੰ ਘੱਟ ਤੋਂ ਘੱਟ ਇੱਕ ਵਾਰੀ ਆਪ ਲਿਖਣ ਦਾ ਅਭਿਆਸ ਤੁਸੀਂ ਜ਼ਰੂਰ ਕਰ ਲੈਣਾ ਹੈ। ਇसी ਚੈਨਲ ਦੇ ਉੱਤੇ ਤੁਹਾਡੀ 9th ਕਲਾਸ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ, ਜਿਵੇਂ ਕਿ 9th ਇੰਗਲਿਸ਼ MCB, 9th ਇੰਗਲਿਸ਼ ਗ੍ਰਾਮਰ, 9th ਸਾਇੰਸ, 9th ਮੈਥ, 9th ਮੈਥ ਨੋਟਸ। ਸੋ ਇਸ ਚੈਨਲ ਤੇ ਜਾ ਕੇ ਪਲੇਲਿਸਟ ਤੇ ਜਾਓ ਤੇ ਇਹ ਵਾਲੀਆਂ ਪਲੇਲਿਸਟਾਂ ਦੇਖ ਕੇ ਤੁਸੀਂ ਲੋੜੀਂਦੇ ਵੀਡੀਓ ਉਹਨਾਂ ਵਿਸ਼ਿਆਂ ਦੇ ਵੀ ਦੇਖ ਸਕਦੇ ਹੋ। ਸੋ ਸ਼ੁਰੂ ਕਰੀਏ। ਕੁਐਸਚਨ ਨੰਬਰ 1, ਹੂ ਡਿਡ ਦੀ ਆਥਰ ਮੀਟ ਐਟ ਅ ਪਾਰਟੀ? ਇੱਕ ਪਾਰਟੀ ਦੇ ਵਿੱਚ ਲਿਖਾਰੀ ਕਿਹਨੂੰ ਮਿਲਿਆ? The author met a man of about 40. About 40 ਮੈਨੇ ਤਕਰੀਬਨ 40 ਵਰ੍ਹਿਆਂ ਦਾ, ਅਰਥਾਤ author ਨੂੰ ਇੱਕ 40 ਵਰ੍ਹਿਆਂ ਦਾ ਬੰਦਾ ਮਿਲਿਆ। He looked handsome because of his clothes, ਜੋ ਕਿ ਆਪਣੇ ਕੱਪੜਿਆਂ ਕਰਕੇ ਬੜਾ ਹੈਂਡਸਮ, ਬੜਾ ਸੋਹਣਾ ਸੁਨੱਖਾ, ਬੜਾ ਆਕਰਸ਼ਕ ਲੱਗ ਰਿਹਾ ਸੀ। Did ਦੇ ਨਾਲ ਫਸਟ ਫਾਰਮ ਆਉਂਦੀ ਹੈ ਮੀਟ ਤੇ did ਕਰਕੇ ਮੀਟ ਦਾ ਬਣ ਗਿਆ met। ਇਹ ਗੱਲ ਦਾ ਖਿਆਲ ਰੱਖਣਾ, ਗ੍ਰਾਮਰ ਦਾ ਖਿਆਲ ਰੱਖਣਾ। Why was the author impressed by the man he met at a party? ਇੱਕ ਪਾਰਟੀ ਵਿੱਚ ਜਿਹੜੇ ਆਦਮੀ ਨੂੰ ਲਿਖਾਰੀ ਮਿਲਿਆ ਸੀ, ਲਿਖਾਰੀ ਉਹਦੇ ਤੋਂ ਕਿਉਂ ਪ੍ਰਭਾਵਿਤ ਹੋਇਆ? So the author was impressed, ਲਿਖਾਰੀ ਪ੍ਰਭਾਵਿਤ ਹੋਇਆ by the man, ਉਸ ਆਦਮੀ ਤੋਂ, he met ਜਿਹਨੂੰ ਮਿਲਿਆ at the party, ਪਾਰਟੀ ਵਿੱਚ, because of his clothes, ਉਹਦੇ ਕੱਪੜਿਆਂ ਕਰਕੇ। He complimented him, compliment ਹੁੰਦਾ ਹੈ ਜੇ ਤੇ ਹੋਵੇ ਨਾਊਨ, ਕੰਪਲੀਮੈਂਟ ਟੀ ਤੱਕ ਹੈ ਨਾ, ਜੇ ਹੋਵੇ ਕੰਪਲੀਮੈਂਟ ਤੇ ਨਾਊਨ ਹੋਵੇ ਤੇ ਇਹਦਾ ਮਤਲਬ ਵੀ ਇਹ ਸਿਫਤ ਵਾਲੇ, ਪ੍ਰਸ਼ੰਸਾ ਵਾਲੇ, ਤਾਰੀਫ ਵਾਲੇ ਬੋਲੇ ਗਏ ਬਚਨ, ਠੀਕ ਹੈ। ਜਾਂ ਮੈਂ ਕਹਿੰਦਾ ਵਾਓ, ਵੈਰੀ ਨਾਈਸ, ਵੰਡਰਫੁਲ, ਤੇ ਕੀ ਇਹ ਸਾਰੇ ਕੰਪਲੀਮੈਂਟ ਨੇ, ਜੇ ਮੈਂ ਕਿਸੇ ਨੂੰ ਦੇਖ ਕੇ ਕਹਿ ਰਿਹਾ। ਤੇ ਕੰਪਲੀਮੈਂਟਡ ਮੈਨੇ ਕੰਪਲੀਮੈਂਟ ਕੀਤਾ, ਸਿਫਤ ਕੀਤੀ, ਤਾਰੀਫ ਕੀਤੀ, ਉਹਦੇ ਕਿਸੇ ਖੂਬੀ ਤੇ, ਕਿਸੇ ਗੁਣ ਤੇ ਕੋਈ ਸ਼ੋਭਾ ਦੇ ਬੋਲ ਬੋਲੇ। ਸੋ ਹੀ ਕੰਪਲੀਮੈਂਟਡ ਹਿਮ, ਉਹਨੇ ਆਥਰ ਨੇ ਉਹਨੂੰ ਕੰਪਲੀਮੈਂਟ ਕੀਤਾ ਫॉर ਹਿਸ ਕਲੋਥਸ, ਉਹਦੇ ਕੱਪੜਿਆਂ ਕਰਕੇ। ਆਮ ਤੌਰ ਤੇ ਅਸੀਂ ਵੀ ਜਦੋਂ ਕਿਸੇ ਸਮਾਗਮ ਤੇ, ਵਿਆਹ ਸ਼ਾਦੀ ਤੇ ਮਿਲਦੇ ਹਾਂ ਤੇ ਕਿਸੇ ਨੇ ਬਹੁਤ ਵਧੀਆ ਕੱਪੜਾ, ਰੰਗ ਢੰਗ ਪਾਇਆ ਹੋਇਆ, ਸੂਟ ਪਾਇਆ, ਕਹਿੰਦੇ ਵਾਹ ਜੀ ਵਾਹ, ਬੜੀ ਯਾਰ, ਬੜੀ ਸੋਹਣੀ ਸ਼ਰਟ ਪਾਈ ਹੋਈ ਹੈ, ਬੜਾ ਵਧੀਆ ਕੁੜਤਾ ਪਜਾਮਾ ਹੈਗਾ, ਕਿੱਥੋਂ ਬਣਵਾਇਆ ਹੈ, ਹਾਂ। ਸੋ ਉਹਨੇ ਕੰਪਲੀਮੈਂਟ ਕੀਤਾ ਐਂਡ ਆਸਕਡ ਹਿਮ, ਅਤੇ ਉਹਨੂੰ ਪੁੱਛਿਆ ਹੂ ਦੀ ਟੇਲਰ ਵਾਜ਼, ਤੇ ਇਹ ਵੀ ਪੁੱਛਿਆ ਕਿ ਦਰਜੀ ਕੌਣ ਸੀ, ਅਰਥਾਤ ਕਿਹੜੇ ਦਰਜੀ ਕੋ ਇਹ ਬਣਵਾਏ ਸੀ। Question number 3, where did the author of the bewitched jacket get his suit made? Get his suit made ਅਰਥਾਤ ਆਪਣਾ ਸੂਟ ਬਣਵਾਇਆ। where ਮੈਨੇ ਕਿੱਥੋਂ ਦੀ, ਲਿਖਾਰੀ ਨੇ ਜੋ the bewitched jacket ਕਹਾਣੀ ਹੈ, ਇਹ ਜਾਦੂਈ ਜੈਕਟ, ਮੰਤਰ ਮਾਰੀ ਹੋਈ ਜੈਕਟ ਜਿਹੜੀ ਹੈ, ਜੇ ਤੇ ਮੰਤਰ ਮਾਰਿਆ ਹੋਇਆ ਹੈ, ਉਹਦਾ ਜਿਹੜਾ ਲਿਖਾਰੀ ਹੈ ਉਹਨੇ ਆਪਣਾ ਸੂਟ ਕਿੱਥੋਂ ਬਣਵਾਇਆ? The author of the bewitched jacket got, ਇੱਥੇ did ਹੈਗਾ ਨਾ, ਸੋ get ਦਾ ਬਣ ਗਿਆ got his suit made from a tailor, ਇੱਕ ਟੇਲਰ ਤੋਂ, named Alfonso Cortisella, ਉਹਦਾ ਨਾਂ ਸੀ Alfonso Cortisella, who lived at Via Ferrara 17, ਇਹ ਉਸ ਜਗ੍ਹਾ ਦਾ ਨਾਮ ਹੈ, ਉੱਥੇ ਰਹਿੰਦਾ ਸੀ, ਨਾਂ ਸੀ Alfonso Cortisella, ਉਹਦੇ ਕੋਲੋਂ ਆਪਣਾ ਸੂਟ ਬਣਵਾਇਆ। ਇਹ ਉਹੀ ਟੇਲਰ ਹੈ ਜਿਹਦਾ ਹਵਾਲਾ ਉਹ ਪਾਰਟੀ ਵਿੱਚ ਬੰਦਾ ਮਿਲਿਆ ਸੀ, ਬੜੇ ਵਧੀਆ ਕੱਪੜੇ ਪਾਏ ਸੀ, ਉਹ ਤੋਂ ਲਿਖਾਰੀ ਪ੍ਰਭਾਵਿਤ ਹੋਇਆ, ਉਹਦੇ ਕੱਪੜੇ ਤੇ ਕੰਪਲੀਮੈਂਟ ਕੀਤਾ, ਤੈਨੂੰ ਪੁੱਛਿਆ ਹੂ ਦਾ ਟੇਲਰ ਵਾਜ਼, ਦਰਜੀ ਕੌਣ ਸੀ, ਫਿਰ ਉਹਨੇ ਦੱਸਿਆ ਸੀ ਤੇ ਫਿਰ ਉਸੇ ਦਰਜੀ ਕੋਲੋਂ ਲਿਖਾਰੀ ਨੇ ਸੂਟ ਬਣਵਾਇਆ। Why was the author of the bewitched jacket not keen to wear the suit? keen ਦਾ ਮਤਲਬ ਹੁੰਦਾ ਉਤਸੁਕ, ਕਾਲਾ ਜਾਂ ਫਿਰ ਆਤੁਰ, ਵੀ ਸੂਟ ਉਹਨੇ ਬਣਵਾ ਤੇ ਲਿਆ, ਆਰਡਰ ਦੇ ਦਿੱਤਾ, ਪਰ ਹੁਣ ਜਿਹੜਾ ਲਿਖਾਰੀ ਸੀਗਾ ਉਹ ਸੂਟ ਪਾਉਣ ਲਈ ਇੰਨਾ ਕਾਲਾ, ਇੰਨਾ ਉਤਸੁਕ ਜਾਂ ਇੰਨਾ ਆਤੁਰ ਕਿਉਂ ਨਹੀਂ ਸੀਗਾ? ਸੋ ਜਵਾਬ ਹੈ ਦੀ author was not feeling easy while returning to his home after he had ordered his suit with the aged tailor, ਅਰਥਾਤ ਉਹਨੂੰ ਧੁੜਕੋ ਤੇ ਤਾਂ ਹੀ ਹੋ ਗਿਆ ਸੀਗਾ ਜਦੋਂ ਉਹਨੇ ਪਹਿਲੀ ਵਾਰ ਉਸ ਦਰਜੀ ਦੇ ਦਰਸ਼ਨ ਕੀਤੇ ਸੇ। ਕਹਿੰਦੇ ਜਦੋਂ ਉਸ ਬਜ਼ੁਰਗ ਦਰਜੀ ਦੇ ਨੂੰ ਸੂਟ ਦਾ ਆਰਡਰ ਦੇਣ ਮਗਰੋਂ ਉਹ ਘਰ ਮੁੜ ਰਿਹਾ ਸੀ ਤੇ he was not feeling easy, ਉਹਨੂੰ ਕੁਝ ਠੀਕ ਨਹੀਂ ਲੱਗ ਰਿਹਾ ਸੀ, ਉਹਨੂੰ ਬੇਚੈਨੀ ਫੀਲ ਹੋ ਰਹੀ ਸੀਗੀ। ਮੈਂ ਇੱਥੇ ਲਿਖਿਆ he was not feeling easy, ਤੁਸੀਂ not ਹਟਾ ਕੇ ਇੱਥੇ uneasy ਵੀ ਲਿਖ ਸਕਦੇ ਹੋ। The author was feeling uneasy, uneasy ਮੈਨੇ ਠੀਕ ਨਹੀਂ, ਬੇਚੈਨ,
ठीक है। ਲਿਖਾਰੀ ਨੂੰ ਠੀਕ ਚੰਗਾ ਨਹੀਂ ਲੱਗ ਰਿਹਾ ਸੀ, ਬੇਚੈਨੀ ਹੋ ਰਹੀ ਸੀ ਵਾਈਲ ਰਿਟਰਨਿੰਗ ਟੂ ਹੋਮ, ਆਪਣੇ ਘਰ ਮੁੜਦੇ ਹੋਏ, ਆਫਟਰ ਹੀ ਹੈਡ ਆਰਡਰ ਦਾ ਸੂਟ ਵਿਦ ਦੀ ਏਜਡ ਟੇਲਰ, ਜਦੋਂ ਕਿ ਉਹ ਆਪਣੇ ਸੂਟ ਦਾ ਆਰਡਰ ਉਸ ਬਜ਼ੁਰਗ ਦਰਜੀ ਨੂੰ ਦੇ ਚੁੱਕਾ ਸੀ। ਆਰਡਰ ਦੇਣ ਤੋਂ ਜਿਹੜੇ ਘਰ ਮੁੜ ਰਿਹਾ ਸੀ ਤੇ ਉਹਨੂੰ ਕੁਝ ਅਜੀਬ ਜਿਹਾ ਲੱਗ ਰਿਹਾ ਸੀ। ਐਂਡ ਨਾਓ, ਅਤੇ ਹੁਣ, ਵੈਨ ਹੀ ਗੋਟ ਇਟ ਮੈਨੇ ਜਦੋਂ ਉਹਨੂੰ ਸੂਟ ਮਿਲ ਗਿਆ, ਉਹਨੂੰ ਪ੍ਰਾਪਤ ਕਰ ਲਿਆ, ਹੀ ਵਾਜ਼ ਨਾਟ ਕੀਨ ਟੂ ਵੇਅਰ ਇਟ, ਉਹ ਉਹਨੂੰ ਪਾਉਣ ਲਈ ਬਹੁਤਾ ਆਤੁਰ ਨਹੀਂ ਸੀ, ਬੜਾ ਕਾਹਲਾ ਨਹੀਂ ਸੀ। ਨਹੀਂ ਤੇ ਆਮ ਤੌਰ ਤੇ ਜਦੋਂ ਅਸੀਂ ਕੱਪੜੇ ਨਵੇਂ ਸਵਾ ਕੇ ਲਿਆਉਂਦੇ ਹਾਂ ਤੇ ਸਾਨੂੰ ਬੜਾ ਚਾਅ ਹੁੰਦਾ ਹੈ ਕਿ ਅਸੀਂ ਪਾਈਏ, ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖੀਏ, ਆਪਣੇ ਘਰ ਦੇ ਦੂਜੇ ਮੈਂਬਰਾਂ ਤੋਂ ਪੁੱਛੀਏ ਕਿੱਦਾਂ ਦਾ ਲੱਗ ਰਿਹਾ ਹੈ ਨਾ, ਉਹ ਕਹਿੰਦੇ ਨੇ ਬਹੁਤ ਵਧੀਆ ਲੱਗ ਰਿਹਾ, ਤੇਰੀ ਬੜੀ ਟੌਰ ਹੋ ਗਈ ਹੈ, ਸਾਨੂੰ ਖੁਸ਼ੀ ਹੁੰਦੀ ਹੈ। ਉਹਨੂੰ ਇਸ ਤਰ੍ਹਾਂ ਦਾ ਕੋਈ ਮਹਿਸੂਸ ਨਹੀਂ ਹੋਇਆ। ਤੇ ਕਾਰਨ ਕੀ ਸੀਗਾ? ਕਹਿੰਦੇ ਕਿਤਾਬ 'ਚ ਲਿਖਿਆ ਹੈ ਕਹਾਣੀ 'ਚ, ਫॉर ਸਮ ਅਨਨੋਨ ਵੇਗ ਰੀਜ਼ਨ, ਕਿਸੇ ਅਗਿਆਤ ਧੁੰਦਲਾ ਜਿਹੜਾ ਸਪਸ਼ਟ ਨਾ ਹੋਵੇ, ਕਿਸੇ ਅਗਿਆਤ ਅਸਪਸ਼ਟ ਕਾਰਨ ਕਰਕੇ ਉਹਨੂੰ ਉਤਸੁਕਤਾ ਨਹੀਂ ਹੋਈ, ਉਹ ਉਸ ਕਾਰਨ ਨੂੰ ਪਿਨ ਪੁਆਇੰਟ ਨਹੀਂ ਕਰ ਸਕਿਆ। ਸਾਨੂੰ ਕਈ ਵਾਰ ਹੁੰਦਾ ਨਾ, ਯਾਰ ਅੱਜ ਮੇਰਾ ਮੂਡ ਨਹੀਂ ਠੀਕ ਹੈਗਾ, ਪਤਾ ਨਹੀਂ ਕੀ ਗੱਲ ਹੈ, ਸਮਝ ਨਹੀਂ ਆ ਰਿਹਾ ਕਿ ਕੀ ਹੋਇਆ, ਵੀ ਮੇਰੇ ਦਿਮਾਗ ਵਿੱਚ ਅੱਜ ਮੈਨੂੰ ਠੀਕ ਨਹੀਂ ਲੱਗਦਾ। ਤਾਂ ਉਹਨੂੰ ਵੀ ਇਸ ਤਰ੍ਹਾਂ ਦਾ ਕੁਝ ਲੱਗ ਰਿਹਾ ਸੀਗਾ ਕਿ ਕੁਝ ਹੈ ਗੜਬੜ, ਪਰ ਗੜਬੜ ਕੀ ਹੈ ਨਹੀਂ ਪਤਾ ਸੀਗਾ। ਫॉर ਅਸੀਂ ਲਿਖਾਂਗੇ ਫॉर ਸਮ ਅਨਨੋਨ ਵੇਗ ਰੀਜ਼ਨ ਕਰਕੇ ਉਹਦਾ ਉਸ ਸੂਟ ਪਾਉਣ ਨੂੰ ਜੀ ਨਹੀਂ ਕੀਤਾ। Question number 5. What did the author of the bewitched jacket find in the right pocket of the jacket? ਅਰਥਾਤ ਆਪਣੀ ਜੈਕਟ, ਸੂਟ ਵਿੱਚ ਇੱਕ ਪੈਂਟ ਹੁੰਦੀ ਹੈ, ਉੱਤੇ ਕੋਟ ਪਾਇਆ ਹੁੰਦਾ ਜਿਹਨੂੰ ਅਸੀਂ ਜੈਕਟ ਵੀ ਕਹਿ ਦਿੰਦੇ ਹਾਂ। ਜੈਕਟ ਦੀ ਸੱਜੀ ਜਿਹੜੀ ਜੇਬ ਸੀਗੀ, ਸੱਜਾ ਖੀਸਾ ਸੀ ਜਿਹੜਾ, ਉਹਦੇ ਵਿੱਚ ਲਿਖਾਰੀ ਨੂੰ ਕੀ ਮਿਲਿਆ? What happened after that? ਤੇ ਉਸ ਮਗਰੋਂ ਕੀ ਹੋਇਆ? ਸੋ ਜਵਾਬ ਹੈ ਦੀ ਆਥਰ ਫਾਊਂਡ ਅ 10,000 ਲੀਰੀ ਨੋਟ। ਲੀਰੇ ਕੀ ਹੁੰਦਾ ਬੱਚੇ? ਲੀਰੇ ਕਰੰਸੀ ਦਾ ਨਾਮ ਹੈਗਾ ਇਟਲੀ ਦੀ। ਜਿੱਦਾਂ ਸਾਡੇ ਇੰਡੀਆ 'ਚ ਹੈਗਾ ਰੁਪੀਜ਼, ਪਾਕਿਸਤਾਨ 'ਚ ਵੀ ਰੁਪੀਜ਼ ਹੈਗਾ, ਸ਼੍ਰੀਲੰਕਾ 'ਚ ਵੀ ਸ਼ਾਇਦ ਰੁਪੀਜ਼ ਹੈਗਾ, ਤੇ ਬੰਗਲਾਦੇਸ਼ ਵਿੱਚ ਰੁਪਇਆ ਹੈਗਾ, ਉਹਨੂੰ ਰੁਪਇਆ ਕਹਿ ਦਿੰਦੇ ਆ। ਇਸੇ ਤਰ੍ਹਾਂ ਯੂਕੇ ਵਿੱਚ ਪਾਉਂਡ ਹੈਗੇ ਨੇ, ਯੂਰੋਪੀਅਨ ਯੂਨੀਅਨ ਵਿੱਚ ਯੂਰੋ ਹੈਗੇ ਨੇ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਅਮਰੀਕਾ, ਇਹਨਾਂ ਵਿੱਚ ਡਾਲਰ ਹੈਗੇ ਨੇ। ਠੀਕ ਹੈ। ਸੋ ਅੱਜ ਕੱਲ੍ਹ ਤੇ ਇਟਲੀ ਵੀ ਯੂਰੋਪੀਅਨ ਯੂਨੀਅਨ ਦਾ ਹਿੱਸਾ ਹੈ ਤੇ ਉੱਥੇ ਵੀ ਯੂਰੋ ਚੱਲਦੇ ਨੇ, ਪਰ ਇਹ ਕਹਾਣੀ ਜਦੋਂ ਲਿਖੀ ਗਈ ਸੀ ਉਦੋਂ ਯੂਰੋਪੀਅਨ ਯੂਨੀਅਨ ਨਹੀਂ ਬਣੀ ਸੀ। ਤੇ ਲੇਰੀ ਹੈਗੀ ਹੈ ਬੱਚੋ ਇਟਾਲੀਅਨ ਕਰੰਸੀ, ਜਿੱਦਾਂ ਸਾਡੀ ਰੁਪੀਜ਼ ਹੈਗੀ ਹੈ ਉਹਦਾ ਲੀਰੀ ਹੈਗੀ ਹੈ। ਸੋ ਉਹਨੂੰ 10,000 ਲੀਰੀ ਦਾ ਨੋਟ ਮਿਲਿਆ ਇਨ ਦੀ ਰਾਈਟ ਪਾਕਟ ਆਫ ਦੀ ਜੈਕਟ, ਜੈਕਟ ਦੀ ਸੱਜੀ ਜੇਬ ਦੇ ਵਿੱਚ। ਹੀ ਥਾਟ ਇਟ ਬਿਲੋਂਗ ਟੂ ਦੀ ਟੇਲਰ, ਉਹਨੂੰ ਇਵੇਂ ਲੱਗਿਆ ਕਿ ਇਹ ਕਿਤੇ ਟੇਲਰ ਦਾ ਹੋਣਾ ਹੈ। ਟੇਲਰ ਨੇ ਬੇਧਿਆਨੇ ਮੇਰਾ ਸੂਟ ਜਿਹੜਾ ਟੰਗਿਆ ਹੋਇਆ ਸੀ ਉਹਦੀ ਦੁਕਾਨ ਦੇ ਵਿੱਚ, ਉਹਨੇ ਵਿੱਚ ਪਾਤਾ ਹੋਣਾ, ਜਿਹੜਾ ਕਿਸੇ ਦੂਜੇ ਗਾਹਕ ਨੇ ਦਿੱਤਾ ਹੋਣਾ, ਉਹਨੂੰ ਕੋਲ ਰੱਖਣ ਲਈ ਉਹਨੇ ਗੱਲੇ ਗੁੱਲੇ ਕੋਈ ਹੋਣਾ ਨਹੀਂ ਉਸ ਵੇਲੇ, ਵੀ ਕਿੱਥੇ ਹੋਣਾ, ਤੇ ਉਹਨੇ ਖੜਾ ਇਹ ਸੋਚਣਾ ਇਹ 'ਚ ਪਾ ਦੇਣਾ, ਬਾਅਦ 'ਚੋਂ ਲੈ ਲਵਾਂਗਾ। ਉਹਨੇ ਇਹ ਸੋਚਿਆ ਕਿ ਇਹ ਟੇਲਰ ਦਾ ਹੈਗਾ। ਐਜ਼ ਹੀ ਸਲਿਪਡ ਹਿਜ਼ ਹੈਂਡ ਇਨਟੂ ਦੀ ਪਾਕਟ, ਪਰ ਜਿੱਦਾਂ ਹੀ ਉਹਨੇ ਦੁਬਾਰਾ ਹੱਥ ਆਪਣਾ ਜੇਬ 'ਚ ਪਾਇਆ, ਹੀ ਫਾਊਂਡ ਅਨਦਰ ਬਿੱਲ। ਦੇਖੋ ਇੱਥੇ ਸ਼ਬਦ ਵਰਤਿਆ ਬਿੱਲ, ਇੱਥੇ ਸ਼ਬਦ ਸੀਗਾ ਨੋਟ। ਸੋ ਮੈਂ ਜਾਣ ਕੇ ਵਰਤਿਆ ਤਾਂ ਕਿ ਵੱਖਰੇ ਵੱਖਰੇ ਸ਼ਬਦ ਵਰਤ ਕੇ ਤੁਹਾਡਾ ਸ਼ਬਦਾਂ ਦਾ ਭੰਡਾਰ ਵਧੇ। ਸੋ ਬਿੱਲ ਦਾ ਮਤਲਬ ਇੱਕ ਇਹ ਵੀ ਹੁੰਦਾ ਨੋਟ, ਜਿਹੜਾ ਕਰੰਸੀ ਦਾ ਨੋਟ ਹੁੰਦਾ ਉਹਨੂੰ ਵੀ ਬਿੱਲ ਕਹਿ ਦਿੰਦੇ ਆ। ਐਂਡ ਟਰਾਈਂਗ ਦੀ ਥਰਡ ਟਾਈਮ, ਤੇ ਤੀਜੀ ਵਾਰ ਟਰਾਈ ਕਰਦੇ ਹੋਏ, ਤੀਜੀ ਵਾਰ ਜਦੋਂ ਉਹਨੇ ਫੇਰ ਹੱਥ ਪਾਇਆ, ਅ ਥਰਡ ਬੈਂਕ ਨੋਟ ਅਪੀਅਰਡ। ਬੈਂਕ ਨੋਟ ਦਾ ਮਤਲਬ ਵੀ ਕਰੰਸੀ ਨੋਟ ਹੀ ਹੁੰਦਾ, ਪੇਪਰ ਮਨੀ। ਸੋ ਤੀਜੀ ਵਾਰ ਇੱਕ ਤੀਜਾ ਨੋਟ ਵੀ ਨਿਕਲਿਆ। ਸੋ ਪਹਿਲੀ ਵਾਰ ਤੇ ਇਹ ਹੋਇਆ, ਪਹਿਲੇ ਸਵਾਲ ਦਾ ਜਵਾਬ ਤੇ ਹੈ ਵੀ ਕੀ ਹੋਇਆ, ਇਹ ਨਿਕਲਿਆ, ਤੇ ਉਸ ਤੋਂ ਬਾਅਦ ਕੀ ਹੋਇਆ, ਇੱਥੋਂ ਦੀ ਲੈ ਕੇ ਇੱਥੇ ਤੱਕ ਆ ਗਿਆ। ਠੀਕ ਹੈ। ਸੋ ਦੋਨੋਂ ਸਵਾਲਾਂ ਦਾ ਜਵਾਬ ਇਕੱਠਾ ਹੈਗਾ। ਕੁਐਸਚਨ ਨੰਬਰ 6, ਵਾਈ ਡਿਡ ਦੀ ਆਥਰ ਆਫ ਦੀ bewitched jacket not return the money to the tailor? ਹੁਣ ਜਿਹੜਾ ਪੈਸਾ ਨਿਕਲਿਆ ਸੀਗਾ, ਉਹਨੇ ਤੇ ਪਹਿਲਾ ਨੋਟ ਨਿਕਲਿਆ ਤੇ ਉਹਨੇ ਕਿਹਾ ਵੀ ਇਹ ਤੇ ਦਰਜੀ ਦਾ ਕਿਤੇ ਰਹਿ ਗਿਆ ਹੋਣਾ ਮੇਰੀ ਜੇਬ 'ਚ, ਉਹਨੇ ਪਾਤਾ ਹੋਣਾ, ਇਹਨੇ ਮੋੜਨਾ। ਤੇ ਉਹਨੇ ਆਪਣੇ ਸੈਕਟਰੀ ਨੂੰ ਆਵਾਜ਼ ਦਿੱਤੀ ਵੀ ਮੈਂ ਇੱਕ ਲੈਟਰ ਲਿਖਵਾਉਣੀ ਹੈ, ਉਹ ਲੈਟਰ ਨੂੰ ਚਿੱਠੀ ਲੈਟਰ ਨੂੰ ਲਿਖਾਂਗੇ, ਜਿਹੜੀ ਲੈਟਰ ਹੈਗੀ ਚਿੱਠੀ ਹੈਗੀ ਉਹ ਦਰਜੀ ਨੂੰ ਲਿਖਾਂਗੇ, ਕਹਾਂਗੇ ਵੀ ਤੇਰੇ ਪੈਸੇ ਮੋੜਨੇ ਨੇ, ਹਨਾ। ਪਰ ਕੀ ਹੋਇਆ ਦੇਖੋ, ਫਿਰ ਹੋਇਆ ਕੀ, ਕਹਿੰਦਾ ਇਹਦਾ ਜਵਾਬ ਹੈਗਾ ਵੀ ਉਹਨੇ ਕਿਉਂ ਪੈਸਾ ਨਹੀਂ ਮੋੜਿਆ ਦਰਜੀ ਨੂੰ। ਫਾਈਂਡਿੰਗ ਦੀ ਫਸਟ ਨੋਟ, ਅਰਥਾਤ ਜਦੋਂ ਉਹਨੂੰ ਪਹਿਲਾ ਨੋਟ ਲੱਭਾ ਜੇਬ 'ਚੋਂ, ਦੀ ਆਥਰ ਹੈਡ ਥਾਟ, ਲਿਖਾਰੀ ਨੇ ਸੋਚਿਆ ਸੀ, ਇਟ ਬਿਲੋਂਗ ਟੂ ਦੀ ਟੇਲਰ, ਵੀ ਇਹ ਪੈਸਾ, ਇਹ ਨੋਟ ਜਿਹੜਾ ਹੈ ਦਰਜੀ ਦਾ ਹੋਣਾ ਹੈ। ਐਂਡ ਡਿਸਾਈਡਡ ਟੂ ਰਿਟਰਨ ਇਟ, ਤੇ ਉਹਨੂੰ ਮੋੜਨ ਦਾ ਫੈਸਲਾ ਕਰ ਲਿਆ। ਬਟ ਪਰ ਹੋਇਆ ਕਿ, ਦੈਨ ਹੀ ਫਾਊਂਡ ਅ ਨਿਊ ਬਿੱਲ ਐਵਰੀ ਟਾਈਮ ਹੀ ਸਲਿਪਡ ਹਿਜ਼ ਹੈਂਡ ਇਨਟੂ ਦੀ ਪਾਕਟ। ਪਰ ਹੋਇਆ ਕਿ ਉਹਨੇ ਦੇਖਿਆ ਕਿ ਜਿੰਨੀ ਵਾਰ ਵੀ ਉਹਨੇ ਹੱਥ ਜੇਬ ਵਿੱਚ ਪਾਇਆ, ਉਨੀ ਵਾਰ ਇੱਕ ਨਵਾਂ ਨੋਟ ਜਿਹੜਾ ਹੈ 10,000 ਲੀਰੀ ਦਾ ਬਾਹਰ ਆਂਦਾ ਗਿਆ। ਹੁਣ ਜਦੋਂ ਇਦਾਂ ਤੇ ਫਿਰ ਤੇ ਨਹੀਂ ਅਸੀਂ ਕਹਿ ਸਕਦੇ ਕਿ ਉਹਦਾ ਦਰਜੀ ਦਾ ਹੈਗਾ। ਕਹਿੰਦੇ ਹੀ ਕਨਕਲੂਡਡ, ਕਨਕਲੂਡ ਹੁੰਦਾ ਹੈ
ਸਿੱਟਾ ਕੱਢਣਾ, ਕਨਕਲੂਡਡ ਮੈਨੇ ਸਿੱਟਾ ਕੱਢਿਆ ਵੀ ਇਹ ਜੋ ਵਰਤਾਰਾ ਵਰਤਿਆ ਵੀ ਜਿੰਨੀ ਵਾਰ ਜੇਬ 'ਚ ਮੈਂ ਹੱਥ ਪਾ ਰਿਹਾ ਨੋਟ ਬਾਹਰ ਆ ਰਿਹਾ, ਤੇ ਇਸ ਗੱਲ ਤੋਂ ਉਹਨੇ ਸਿੱਟਾ ਕੱਢਿਆ ਹੀ ਕਨਕਲੂਡਡ ਦੈਟ ਦੀ ਮਨੀ ਵਾਜ਼ ਨੋਟ ਟੇਲਰਸ, ਜਿਹੜਾ ਪੈਸਾ ਸੀ ਉਹ ਟੇਲਰ ਦਾ ਨਹੀਂ ਸੀ, ਐਂਡ ਦੀ ਜੈਕਟ ਵਾਜ਼ ਮੈਜੀਕਲ, ਇਹ ਜਿਹੜੀ ਜੈਕਟ ਹੈ ਇਹ ਜਾਦੂਈ ਹੈਗੀ ਏ, ਇਹ 'ਚ ਕੋਈ ਜਾਦੂ ਹੈ, ਇਹ ਕੋਈ ਖਾਸ ਜੈਕਟ ਹੈ। that is why he did not return the money to the tailor, ਇਸ ਕਰਕੇ ਉਹਨੇ ਪੈਸੇ ਨੂੰ ਟੇਲਰ ਨੂੰ ਨਹੀਂ ਮੋੜਿਆ। Question number 7. What did the author of the beloved jacket do after coming home? ਇਹ ਤੇ ਕੰਮ ਹੁਣ ਦਫ਼ਤਰ ਵਿੱਚ ਹੋਇਆ ਉਹਦੇ, ਉਹ ਦਫ਼ਤਰ ਵਿੱਚ ਜਿਹੜੇ ਜੇਬ 'ਚ ਹੱਥ ਪਾਇਆ ਤੇ ਪਹਿਲਾ ਨੋਟ ਨਿਕਲਿਆ, ਫਿਰ ਉਹਨੇ ਸੋਚਿਆ ਦਰਜੀ ਦਾ ਹੈਗਾ, ਫਿਰ ਉਹਨੇ ਆਪਣੀ ਸੈਕਟਰੀ ਨੂੰ ਆਵਾਜ਼ ਮਾਰੀ ਚਿੱਠੀ ਲਿਖਣ ਲਈ, ਪਰ ਤਦ ਤੱਕ ਉਹ ਦੂਜੀ ਵਾਰ ਹੱਥ ਪਾ ਚੁੱਕਾ ਸੀ, ਦੂਜਾ ਨੋਟ ਆ ਗਿਆ, ਫਿਰ ਸੈਕਟਰੀ ਨੂੰ ਮੋੜਤਾ, ਫਿਰ ਤੀਜੀ ਵਾਰ ਮਾਰਿਆ। ਹੁਣ ਜਿਹੜੇ ਘਰ ਆਇਆ ਦਫ਼ਤਰ ਤੋਂ, ਫਿਰ ਉਹਨੇ ਕੀ ਕੀਤਾ? ਸੋ ਆਫਟਰ ਕਮਿੰਗ ਹੋਮ ਦੀ ਆਥਰ ਸ਼ਟ ਦੀ ਡੋਰ, ਆਉਂਦੇ ਸਾਰ ਫਟਾਫਟ ਦਰਵਾਜ਼ਾ ਉਹਨੇ ਬੰਦ ਕੀਤਾ। ਕਿਉਂ? ਹੁਣ ਉਹ ਖਾਸ ਹਾਲਾਤ ਬਣ ਗਏ ਸੀਗੇ, ਉਹਦੇ ਕੋਲ ਜੈਕਟ ਸੀ ਜਾਦੂ ਦੀ, ਉਹਦੇ ਮਨ 'ਚ ਇੱਕ ਡਰ ਚਿੰਤਾ ਜਾਂ ਮਤਲਬ ਐਕਸਾਈਟਮੈਂਟ ਸੀਗੀ, ਹੁਣ ਉਹ ਨੋਟ ਕੱਢਣਾ ਚਾਹੁੰਦਾ ਸੀ, ਫਟਾਫਟ ਇਕੱਠੇ ਕਰਨਾ ਚਾਹੁੰਦਾ ਸੀਗਾ। ਆਮ ਤੌਰ 'ਤੇ ਬੰਦਾ ਤਾਂ ਕਾਹਲੀ ਕਾਹਲੀ ਥੋੜ੍ਹੀ ਦਰਵਾਜ਼ਾ ਬੰਦ ਕਰਦਾ, ਆਰਾਮ ਨਾਲ ਆਉਂਦਾ ਬੈਠਦਾ ਹੈ ਨਾ। ਸੋ ਸ਼ਟ ਦਾ ਡੋਰ ਐਂਡ ਲੋਅਰ ਦਾ ਬਲਾਈਂਡਸ, ਤੇ ਜਿਹੜੀ ਖਿੜਕੀਆਂ ਦੇ ਸ਼ੀਸ਼ੇ ਦੀ ਉਹਦੇ ਮੂਹਰੇ ਬਲਾਈਂਡਸ ਹੁੰਦੇ ਪਰਦੇ, ਵੀ ਸ਼ੀਸ਼ੇ ਢੱਕ ਦਿੱਤੇ, ਬਲਾਈਂਡਸ ਕਰ ਦਿੱਤੇ। ਬਲਾਈਂਡ ਹੁੰਦੀਆਂ ਬੱਚੋ ਜਿਹੜੇ ਉੱਤੋਂ ਦੀ ਥੱਲੇ ਇੱਦਾਂ ਅਸੀਂ ਰੋਲ ਕਰਕੇ ਪਰਦੇ ਥੱਲੇ ਕਰਦੇ ਹਾਂ, ਉਹਨੂੰ ਬਲਾਈਂਡਸ ਕਹਿੰਦੇ ਨੇ। ਸੋ ਉਹਨੇ ਪਰਦੇ ਥੱਲੇ ਕਰ ਦਿੱਤੇ, ਅਰਥਾਤ ਖਿੜਕੀਆਂ ਤੋਂ ਆਰ ਪਾਰ ਸ਼ੀਸ਼ਿਆਂ ਤੋਂ ਕੁਝ ਨਜ਼ਰ ਨਾ ਆਵੇ ਅੰਦਰ ਕੀ ਹੋ ਰਿਹਾ। ਹਰੀਡਲੀ, ਫਿਰ ਕਾਲੀ ਕਾਲੀ 'ਚ ਕੀ ਕੀਤਾ? ਹੀ ਸਟਾਰਟਿਡ ਟੇਕਿੰਗ ਨੋਟਸ ਆਊਟ ਆਫ ਦੀ ਪਾਕਟ ਵਨ ਆਫਟਰ ਅਨਦਰ, ਇੱਕ ਤੋਂ ਬਾਅਦ ਇੱਕ ਉਹਨੇ ਜੇਬ ਦੇ ਵਿੱਚੋਂ ਨੋਟ ਕੱਢਣੇ ਸ਼ੁਰੂ ਕੀਤੇ। ਹੀ ਡਿਡ ਇਟ ਅਗੇਨ ਐਂਡ ਅਗੇਨ, ਉਹਨੇ ਇਹ ਕੰਮ ਬਾਰ-ਬਾਰ ਕੀਤਾ। ਟਿਲ ਹੀ ਹੈਡ ਅ ਹੀਪ ਬਿਫੋਰ ਹਿਮ, ਜਦੋਂ ਤਾਈਂ ਉਹਦੇ ਮੋਰੇ ਇੱਕ ਵੱਡੀ ਢੇਰੀ ਨਹੀਂ ਲੱਗ ਗਈ, ਇੱਕ ਢੇਰੀ ਨਹੀਂ ਲੱਗੀ ਨੋਟਾਂ ਦੀ। ਦੈਨ ਹੀ ਪੁੱਟ ਦਾ ਮਨੀ ਇਨ ਅ ਟਰੰਕ, ਫਿਰ ਉਹਨੇ ਸਾਰੇ ਪੈਸੇ ਇੱਕ ਟਰੰਕ ਵਿੱਚ ਪਾਏ। ਅਰੇਂਜਡ ਇਟ ਇਨ ਪਾਈਲਸ, ਉਹਦੀਆਂ ਥੱਬੀਆਂ ਬਣਾਈਆਂ। ਐਂਡ ਬਿਗਨ ਕਾਊਂਟਿੰਗ, ਤੇ ਫਿਰ ਉਹਦੀ ਗਿਣਤੀ ਕੀਤੀ। ਇੱਕ ਥੱਬੀ 'ਚ ਇੰਨੇ ਥੱਬੀਆਂ ਦੇ ਨੋਟ ਬਣਾਏ, ਫਿਰ ਕਿੰਨੀਆਂ ਥੱਬੀਆਂ, ਤੇ ਇਟ ਵਾਜ਼ 58 ਮਿਲੀਅਨ ਲੀਰੇ, ਜੋ 58 ਮਿਲੀਅਨ ਲੀਰੇ ਸੀਗੇ। ਮਿਲੀਅਨ ਹੁੰਦਾ 10 ਲੱਖ, ਸਾਡੀ ਜਿਹੜੀ ਦੇਸੀ ਪੰਜਾਬੀ ਗਿਣਤੀ ਹੈਗੀ ਹੈ, ਤੇ 6 ਜ਼ੀਰੋ ਇੱਥੇ ਲੱਗ ਗਏ, ਤੇ 6 ਤੇ 7ਵਾਂ ਇੱਥੇ ਆ ਗਏ, ਤੇ 5 ਕਰੋੜ 80 ਲੱਖ। ਜੇ ਅਸੀਂ ਪੰਜਾਬੀ 'ਚ ਕਨਵਰਟ ਕਰਨਾ ਹੋਵੇ, ਅਸੀਂ ਕਹਾਂਗੇ 5 ਕਰੋੜ 80 ਲੱਖ ਲੀਰੇ ਉਹਦੇ ਕੋਲ ਨੋਟ ਇਕੱਠੇ ਹੋ ਗਏ ਜੈਕਟ 'ਚੋਂ ਕੱਢ ਕੇ। ਕੁਐਸਚਨ ਨੰਬਰ 8. ਵਾਈ ਡਿਡ ਦੀ ਆਥਰ ਆਫ ਦੀ ਬਿਵਿਚਡ ਜੈਕਟ ਬਾਈ ਅਨਦਰ ਸੂਟ, ਵੀ ਉਹ ਜਿਹੜਾ ਆਥਰ ਸੀਗਾ ਉਹਨੇ ਇੱਕ ਹੋਰ ਸੂਟ ਕਿਉਂ ਖਰੀਦਿਆ? ਸੋ ਇਹਦਾ ਜਵਾਬ ਹੈ ਦੀ ਆਥਰ ਬੌਟ ਅਨਦਰ ਸੂਟ ਆਫ ਦੀ ਸੇਮ ਕਾਈਂਡ, ਜਿੱਦਾਂ ਦਾ ਉਹਨੇ ਸੂਟ ਦਰਜੀ ਕੋ ਬਣਵਾਇਆ ਸੀ ਜਿਹੜਾ ਜਾਦੂਈ ਸੀਗਾ, ਉਸੀ ਰੰਗ ਢੰਗ ਦਾ ਉਸੀ ਵਰਗਾ ਉਹਨੇ ਇੱਕ ਹੋਰ ਸੂਟ ਬਣਵਾਇਆ ਐਜ਼ ਦੀ ਮੈਜੀਕਲ ਵਨ, ਜਿੱਦਾਂ ਦਾ ਮੈਜੀਕਲ ਸੂਟ ਸੀ ਉਹਦੇ ਵਰਗਾ ਬਣਾਇਆ। ਫॉर, ਕਿਉਂ? ਫॉर ਦਾ ਮਤਲਬ ਇੱਥੇ ਬਿਕॉज, ਠੀਕ ਹੈ। ਫॉर ਹੀ ਵਾਂਟਿਡ ਟੂ ਅਵॉइड ਗਿਵਿੰਗ ਹਿਜ਼ ਮੈਜੀਕਲ ਜੈਕਟ ਟੂ ਹਿਜ਼ ਮੇਡ, ਕਿਉਂਕਿ ਉਹ ਇਸ ਸੂਟ ਨੂੰ ਆਪਣੀ ਨੌਕਰਾਣੀ ਨੂੰ ਦੇਣ ਤੋਂ ਬਚਣਾ ਚਾਹੁੰਦਾ ਸੀਗਾ। ਕਿਉਂਕਿ ਬੱਚੋ ਜਦੋਂ ਉਹਨੇ ਉਹ ਪਹਿਲੇ ਦਿਨ ਨੋਟ ਕੱਢੇ 58 ਮਿਲੀਅਨ ਲੀਰੇ ਇਕੱਠੇ ਕਰ ਲਏ, ਤੇ ਰਾਤ ਪੈ ਗਈ, ਤੇ ਉਹ ਥੱਕ ਹਾਰ ਕੇ ਉੱਦਾਂ ਹੀ ਸੂਟ ਪਾ ਕੇ ਹੀ ਸੌਂ ਗਿਆ। ਤੇ ਬੂਹਾ ਖੜਕਾਇਆ ਸਵੇਰੇ ਮੇਡ ਨੇ ਆ ਕੇ, ਨੌਕਰਾਣੀ ਨੇ ਆ ਕੇ, ਜਿਹੜੀਆਂ ਘਰ 'ਚ ਬੀਬੀਆਂ ਕਈ ਵਾਰ ਰੱਖੀਆਂ ਹੁੰਦੀਆਂ ਨਾ ਸ਼ਹਿਰਾਂ 'ਚ, ਵੱਡੇ ਘਰਾਂ ਵਿੱਚ ਝਾੜੂ ਪੋਚਾ ਲਾਉਣ ਨੂੰ, ਸਾਫ ਸਫਾਈ ਨੂੰ, ਕੋਈ ਰੋਟੀ ਪਾਟੀ ਬਣਾਉਣ ਨੂੰ, ਕੱਪੜੇ ਧੋਣ ਪ੍ਰੈਸ ਕਰਨ ਨੂੰ। ਉਹਨੇ ਦੇਖਿਆ ਕਿ ਜਿਹੜਾ ਮਾਲਿਕ ਹੈਗਾ ਉਹ ਤਾਂ ਇੱਦਾਂ ਵੀ ਸੂਟ 'ਚ ਸੁੱਤਾ ਹੋਇਆ, ਤੇ ਸੂਟ ਨੂੰ ਬੜੇ ਵਲ ਪੈ ਗਏ ਨੇ। ਤੇ ਉਹਨੇ ਕਿਹਾ ਸਰ ਇਹ ਕੀ ਹਾਲ ਕੀਤਾ ਹੈ ਤੁਸੀਂ, ਇਹ ਸੂਟ ਲਾ ਦਿਓ, ਇਹਨੂੰ ਮੈਂ ਸਾਫ਼ ਕਰਕੇ ਝਾੜ ਝੂੜ ਦਿੰਦੀ ਹਾਂ, ਬਰਸ਼ ਬੁਸ਼ ਕਰ ਦਿੰਦੀ ਹਾਂ, ਤਾਂ ਕਿ ਇਹਦੇ ਵਲ ਵੁਲ ਨਿਕਲ ਜਾਣ। ਸੋ ਉਹ ਇੱਕਦਮ ਘਬਰਾ ਗਿਆ ਵੀ ਇਹ ਤੇ ਸੂਟ ਤੇ ਪੈਸੇ ਵਾਲਾ ਹੈਗਾ, ਮੈਜੀਕਲ ਹੈਗਾ। ਸੋ ਇਸ ਕਰਕੇ ਉਹ ਭੱਜਿਆ, ਬਹਾਨਾ ਮਾਰੇ ਨਹੀਂ ਮੈਂ ਜਾਣਾ ਕਿਤੇ ਜ਼ਰੂਰੀ ਕੰਮ, ਤੇ ਤਾਂ ਸੂਟ ਖਰੀਦ ਕੇ ਲਿਆਇਆ, ਤਾਂ ਕਿ ਨਵਾਂ ਸੂਟ ਜਿਹੜਾ ਖਰੀਦ ਕੇ ਲਿਆ ਉਹ ਮੇਡ ਨੂੰ ਦੇ ਦੇਗਾ ਤੇ ਇਹ ਲੁਕੋ ਕੇ ਰੱਖ ਦੇਗਾ। ਸੋ ਹੀ ਵਾਂਟਿਡ ਟੂ ਅਵॉइड ਗਿਵਿੰਗ ਹਿਜ਼ ਮੈਜੀਕਲ ਜੈਕਟ ਟੂ ਹਿਜ਼ ਮੇਡ, ਉਹ ਮੈਜੀਕਲ ਜੈਕਟ ਦੇਣ ਤੋਂ ਬਚਣਾ ਚਾਹੁੰਦਾ ਸੀਗਾ। ਵੈਨ ਸ਼ੀ ਆਸਕਡ ਹਿਮ ਟੂ ਟੇਕ ਇਟ ਆਫ ਫॉर ਬ੍ਰਸ਼ਿੰਗ, ਜਦੋਂ ਉਹਨੇ ਉਹਨੂੰ ਕਿਹਾ ਕਿ ਉਹਨੂੰ ਲਾ ਦੇਵੇ ਤਾਂ ਕਿ ਉਹਦੀ ਬ੍ਰਸ਼ਿੰਗ ਕਰ ਦੇਵੇ, ਉਹਦੀ ਸਾਫ ਸਫਾਈ ਕਰ ਦੇਵੇ। He thought he would give the new suit to the maid, ਉਹਨੇ ਇਦਾਂ ਸੋਚਿਆ ਕਿ ਜਿਹੜਾ ਨਵਾਂ ਸੂਟ ਹੈਗਾ ਉਹ ਨੌਕਰਾਣੀ ਨੂੰ ਦੇ ਦੇਗਾ, ਐਂਡ ਹਾਈਡ ਦੀ ਮੈਜੀਕਲ ਵਨ ਇਨ ਅ ਸੇਫ ਪਲੇਸ, ਤੇ ਜਿਹੜਾ ਜਾਦੂਈ ਸੂਟ ਹੈਗਾ ਉਹ ਬਿਵਿਚਡ ਜੈਕਟ ਵਾਲਾ ਹੈਗਾ, ਮੈਜੀਕਲ ਹੈਗਾ, ਉਹ ਉਹਨੂੰ ਕਿਸੇ ਸੁਰੱਖਿਅਤ ਥਾਂ ਤੇ ਲੁਕੋ ਕੇ ਰੱਖ ਦੇਵੇਗਾ, ਤਾਂ ਕਿ ਉੱਥੇ ਮੇਡ ਦਾ, ਨੌਕਰਾਣੀ ਦਾ ਉਹਦੀ ਪਹੁੰਚ ਨਾ ਹੋਵੇ। ਫਿਰ ਕੁਐਸਚਨ ਨੰਬਰ 9. What did the author of the bewitched jacket do with the money? ਬੜਾ ਇਹਨਾਂ ਪੈਸਾ ਇਕੱਠਾ ਕਰੀ ਗਿਆ ਉਹ, ਕਹਿੰਦੇ ਉਹਨੇ ਪੈਸੇ ਦਾ ਕੀ ਕੀਤਾ। ਤੇ ਬੱਚੋ ਜਦੋਂ ਮਾਇਆ ਹੱਥ ਵਿੱਚ ਆਉਂਦੀ ਹੈ ਤੇ ਫਿਰ ਪੁੱਠੇ ਕੰਮ ਸ਼ੁਰੂ ਹੋ ਜਾਂਦੇ ਨੇ। ਖਾਸ ਤੌਰ ਤੇ ਜੇ ਮਾਇਆ ਸੌਖੀ ਆ ਜਾਏ, ਬਿਨਾਂ ਮਿਹਨਤ ਕੀਤੇ ਆ ਜਾਏ, ਫਿਰ ਤੇ ਬੰਦੇ ਦੇ ਕੁਰਾਹੇ ਪੈਣ ਦੇ ਚਾਂਸ ਪੂਰੇ ਹੁੰਦੇ ਹਨ।
ਸੋ ਇਸ ਕਰਕੇ ਪਿਆਰੇ ਬੱਚਿਓ ਆਪਣੇ ਦਿਮਾਗ ਵਿੱਚ ਬਿਠਾਓ, ਕਦੀ ਵੀ ਇਦਾਂ ਨਾ ਸੋਚੋ ਕਿ ਮੈਂ ਬਹੁਤ ਅਮੀਰ ਬਣਨਾ ਹੈ ਤੇ ਛੇਤੀ ਬਣਨਾ ਹੈ। ਜੋ ਗੁਰੂ ਨਾਨਕ ਪਾਤਸ਼ਾਹ ਨੇ ਰਸਤਾ ਦੱਸਿਆ ਨਾ, ਕਿਰਤ ਕਰੋ, ਖੂਨ ਪਸੀਨੇ ਦੀ ਕਿਰਤ ਕਰੋ, ਮਿਹਨਤ ਦੀ 10 ਨੋਆਂ ਦੀ ਕਿਰਤ ਕਰੋ, ਉਹ ਰਸਤਾ ਸਭ ਤੋਂ ਵਧੀਆ ਹੈ, ਸਿਹਤ ਵਾਲਾ ਹੈ, ਸ਼ਾਂਤੀ ਵਾਲਾ ਹੈ, ਚਿੰਤਾ ਮੁਕਤ ਹੈਗਾ, ਚੜ੍ਹਦੀ ਕਲਾ ਵਾਲਾ ਹੈ, ਅਣਖ ਵਾਲਾ ਹੈ। ਠੀਕ ਹੈ। ਸੋ ਦੀ ਆਥਰ ਬੌਟ ਅ ਹਿਊਜ ਵਿਲਾ, ਪਹਿਲੇ ਤੇ ਉਹਨੇ ਇੱਕ ਬੜਾ ਵੱਡਾ ਬੰਗਲਾ ਖਰੀਦਿਆ, ਐਂਡ ਪੇਂਟਿੰਗਸ, ਮਹਿੰਗੀਆਂ ਮਹਿੰਗੀਆਂ ਚਿੱਤਰ ਖਰੀਦੇ, ਪੇਂਟਿੰਗਸ ਖਰੀਦੇ, ਐਂਡ ਡਰੋਵ ਅਰਾਊਂਡ ਇਨ ਬਿਗ ਐਕਸਪੈਂਸਿਵ ਆਟੋਮੋਬਾਈਲਸ, ਤੇ ਵੱਡੀਆਂ ਮਹਿੰਗੀਆਂ ਜਿਹੜੇ ਵਾਹਨ ਹੈਗੇ ਨੇ ਉਹਨਾਂ ਵਿੱਚ ਫਿਰ ਉਹਨੇ ਗੇੜੀਆਂ ਲਾਣੀਆਂ ਸ਼ੁਰੂ ਕਰ ਦਿੱਤੀਆਂ। ਹੀ ਦੈਨ ਲੈਫਟ ਹਿਜ਼ ਫਰਮ, ਫਿਰ ਜਿਹੜੀ ਫੈਕਟਰੀ 'ਚ, ਫਰਮ ਵਿੱਚ, ਕੰਪਨੀ 'ਚ ਨੌਕਰੀ ਕਰਦਾ ਸੀਗਾ ਉਹ ਛੱਡ ਦਿੱਤੀ, ਤੇ ਬਹਾਨਾ ਮੇਰੇ ਝੂਠ ਹੀ ਸ਼ੁਰੂ ਹੋ ਜਾਂਦਾ, ਸਟੇਟਿੰਗ ਹੈਲਥ ਪ੍ਰੋਬਲਮਸ, ਇਹ ਦੱਸਦੇ ਹੋਏ ਕਿ ਮੇਰੀ ਸਿਹਤ ਨੂੰ ਕੋਈ ਸਮੱਸਿਆ ਹੈ। ਜੇ ਸਿਹਤ ਨੂੰ ਸਮੱਸਿਆ ਹੈ ਤਾਂ ਕੋਈ ਇਲਾਜ ਕਰਾ ਦਿੰਦਾ ਬੰਦਾ, ਆਰਾਮ ਕਰਦਾ, ਪਰ ਉਹਨੇ ਕੀ ਕੀਤਾ, ਝੂਠ ਬੋਲ ਕੇ ਆਪਣੀ ਸਿਹਤ ਦਾ ਬਹਾਨਾ ਮਾਰ ਕੇ ਨੌਕਰੀ ਤੋਂ ਅਸਤੀਫਾ ਦਿੱਤਾ, ਨੌਕਰੀ ਆਪਣੀ ਛੱਡ ਦਿੱਤੀ, ਐਂਡ ਟਰੈਵਲਡ ਅਰਾਊਂਡ ਦੀ ਵਰਲਡ ਵਿਦ ਵੰਡਰਫੁਲ ਵੂਮਨ, ਤੇ ਫਿਰ ਸੋਹਣੀਆਂ ਸੋਹਣੀਆਂ ਜਨਾਨੀਆਂ ਲੈ ਕੇ, ਜਿਹੜੀਆਂ ਮਤਲਬ ਕਿ ਉੱਦਾਂ ਦੀਆਂ ਹੁੰਦੀਆਂ, ਤੇ ਉਹਨਾਂ ਦੇ ਨਾਲ ਦੁਨੀਆ ਘੁੰਮਣ ਨਿਕਲ ਗਿਆ। ਹੁਣ ਜਦ ਪੈਸਾ ਜਦ ਇੰਨਾ ਆਇਆ ਸੀ ਤੇ ਫਿਰ ਇੱਦਾਂ ਦੇ ਕੰਮ ਹੀ ਕਰਨੇ ਸੀਗੇ, ਹਨਾ, ਕੋਈ ਸੇਵਾ ਸਿਮਰਨ ਥੋੜੀ ਹੁੰਦਾ ਇਹੋ ਜਿਹੇ ਪੈਸੇ ਨਾਲ। ਸੋ ਕੁਐਸਚਨ ਨੰਬਰ 10, did the author of the bewitched jacket know that there was a connection between the ill-gotten ਹੁੰਦਾ ਹੈ ਇਹ ਭੈੜੇ ਤਰੀਕੇ ਨਾਲ ਪ੍ਰਾਪਤ ਕੀਤਾ ਗਿਆ ਪੈਸਾ, ill-gotten ਗੈਰ ਕਾਨੂੰਨੀ ਤਰੀਕੇ ਨਾਲ, ਗਲਤ ਤਰੀਕੇ ਨਾਲ, ਪਰਾਇਆ ਹੱਕ ਮਾਰ ਕੇ, ill-gotten money and the bad happenings, bad happenings ਦਾ ਮਤਲਬ ਹੈਗਾ ਕੋਈ ਮਾੜੇ ਜਿਹੜੇ ਹਾਦਸੇ ਹੋ ਰਹੇ ਸੀਗੇ, ਕਿਉਂਕਿ ਪਹਿਲੇ ਵਿੱਚ ਉਹ ਇੱਕ ਵੈਨ ਲੁੱਟੀ ਗਈ, ਫਿਰ ਇੱਕ ਗੋਡਾਊਨ ਨੂੰ ਅੱਗ ਲੱਗ ਗਈ, ਫਿਰ ਇੱਕ ਔਰਤ ਨੇ ਖੁਦਕੁਸ਼ੀ ਕਰ ਲਈ, ਹਨਾ। ਸੋ ਇਦਾਂ ਦੀ ਜਿਹੜੀਆਂ ਗੱਲ ਹੋ ਰਹੀਆਂ ਸੀਗੀਆਂ, ਮਾੜੀਆਂ ਜਿਹੜੇ ਮਾੜੇ ਵਰਤਾਰੇ ਵਰਤ ਰਹੇ ਸੀ, ਤੇ ਉਹਦੇ ਪੈਸੇ ਵਿੱਚ ਕੀ ਕੋਈ ਕਨੈਕਸ਼ਨ ਸੀਗਾ। ਕਹਿੰਦੇ ਦੋ ਦੀ ਆਥਰ ਵਾਜ਼ ਨਾਟ ਸੁਪਰਸਟੀਸ਼ੀਅਸ, ਆਥਰ ਕਹਿੰਦੇ ਕਿ ਮੈਂ ਵਹਿਮੀ ਨਹੀਂ ਸੀਗਾ, ਮੈਂ ਅੰਧ ਵਿਸ਼ਵਾਸੀ ਨਹੀਂ ਸੀਗਾ। ਹਾਲ ਕਹਿੰਦੇ ਭਾਵੇਂ ਜਿਹੜਾ ਲਿਖਾਰੀ ਸੀ ਅੰਧ ਵਿਸ਼ਵਾਸੀ ਨਹੀਂ ਸੀ, ਹੀ ਫੈਲਟ, ਉਹਨੂੰ ਮਹਿਸੂਸ ਹੋਇਆ ਅ ਕਨੈਕਸ਼ਨ, ਉਹਨੂੰ ਸੰਬੰਧ ਮਹਿਸੂਸ ਹੋਇਆ ਬਿਟਵੀਨ ਦੀ ਇਲ ਗੋਟਨ ਵੈਲਥ, ਇਹ ਭੈੜੇ ਤਰੀਕਿਆਂ ਨਾਲ ਪ੍ਰਾਪਤ ਕੀਤੀ ਗਈ ਪੈਸਾ, ਐਂਡ ਦੀ ਬੈਡ ਹੈਪਨਿੰਗਸ, ਤੇ ਜਿਹੜੀਆਂ ਮਾੜੀਆਂ ਘਟਨਾਵਾਂ ਹੋ ਰਹੀਆਂ ਸੀ ਉਹਦੇ ਵਿੱਚ ਉਹਨੂੰ ਇੱਕ ਸੰਬੰਧ ਜੁੜਦਾ ਮਹਿਸੂਸ ਹੋਇਆ। ਕਿਉਂ? ਬਿਕੋਜ਼, ਕਿਉਂਕਿ ਵੈਨ ਐਵਰ ਹੀ ਡਰਿਊ ਮਨੀ ਫਰੋਮ ਹਿਜ਼ ਪੋਕਟ, ਜਦੋਂ ਵੀ ਉਹਨੇ ਆਪਣੀ ਜੇਬ 'ਚੋਂ ਪੈਸਾ ਕੱਢਿਆ, ਸਮਥਿੰਗ ਪੇਨਫੁਲ ਹੈਪਨਡ ਇਨ ਦੀ ਵਰਲਡ, ਕੋਈ ਨਾ ਕੋਈ ਦੁਨੀਆ ਦੇ ਵਿੱਚ ਦਰਦਨਾਕ ਗੱਲ ਹੋਈ। ਇਸ ਕਰਕੇ ਉਹਨੂੰ ਮਹਿਸੂਸ ਹੋਇਆ ਵੀ ਭਾਵੇਂ ਉਹ ਅੰਧ ਵਿਸ਼ਵਾਸੀ ਤੇ ਨਹੀਂ ਸੀਗਾ, ਪਰ ਜਦੋਂ ਦੇਖਿਆ ਬਾਰ-ਬਾਰ ਇਦਾਂ ਹੋ ਰਿਹਾ, ਜਦੋਂ ਵੀ ਉਹ ਪੈਸੇ ਕੱਢਦਾ ਹੈ ਤੇ ਉਸੇ ਹਿਸਾਬ ਦੇ ਨਾਲ ਕੋਈ ਨਾ ਕੋਈ ਹਾਦਸਾ ਜਿਹੜਾ ਹੈ ਦੁਨੀਆ ਵਿੱਚ ਉਹਦੇ ਨਾਲ ਜੁੜਦਾ ਹੋ ਜਾਂਦਾ ਹੈ। ਕੁਐਸਚਨ ਨੰਬਰ 11, ਵਾਈ ਡਿਡ ਦੀ ਆਥਰ ਆਫ ਦੀ bewitched jacket ਸਟਿਲ ਵਾਂਟ ਮੋਰ ਮਨੀ, ਕਹਿੰਦਾ ਜਿਹੜਾ ਆਥਰ ਸੀਗਾ ਉਹ bewitched jacket ਦਾ ਲਿਖਾਰੀ ਸੀਗਾ, ਉਹਨੂੰ ਹਾਲੇ ਹੋਰ ਪੈਸਾ ਕਿਉਂ ਚਾਹੀਦਾ ਸੀ, ਸਟਿਲ ਮੈਨੇ ਹਾਲੇ ਹੋਰ ਪੈਸਾ ਕਿਉਂ ਚਾਹੀਦਾ ਸੀਗਾ। ਸੋ ਬੱਚਿਓ ਇਹਦਾ ਤੇ ਹੈ ਨਾ, ਇਹ ਗੁਰਬਾਣੀ ਚ ਆਉਂਦਾ ਹੈ, ਜਿਉਂ ਪਾਵਕ ਈਂਧਨ ਨਹੀਂ ਧਰਾਪੈ, ਈਂਧਨ ਮੈਨੇ ਹੁੰਦਾ ਫਿਊਲ, ਬਾਲਣ, ਧਰਾਪੈ ਮੈਨੇ ਰਜਣਾ, ਕਹਿੰਦੇ ਜਿਉਂ ਪਾਵਕ ਹੁੰਦੀ ਅੱਗ, ਕਹਿੰਦੇ ਅੱਗ ਕਦੀ ਵੀ ਬਾਲਣ ਦੇ ਨਾਲ ਰੱਜਦੀ ਨਹੀਂ ਹੈਗੀ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ, ਪੁਰੀਆਂ ਮੈਨੇ ਸ਼ਹਿਰ ਦੇ ਸ਼ਹਿਰ ਦਾ ਵੀ ਬੰਦਾ ਮਾਲਿਕ ਬਣ ਜਾਵੇ, ਪੂਰੇ ਸੂਬਿਆਂ ਦਾ ਮਾਲਕ ਵੀ ਬਣ ਜਾਏ, ਸ਼ਿਵਪੁਰੀ ਬ੍ਰਹਮਪੁਰੀ ਜਿਹੜੀਆਂ ਬਣੀਆਂ ਹੋਈਆਂ ਉਹਨਾਂ ਦਾ ਮਾਲਕ ਵੀ ਬਣ ਜਾਏ, ਤਦ ਵੀ ਬੰਦੇ ਦਾ ਰੱਜ ਨਹੀਂ ਆਉਂਦਾ, ਭੁੱਖ ਨਹੀਂ ਜਾਂਦੀ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ, ਤੇ ਪਦਾਰਥਾਂ ਦੀ ਭੁੱਖ ਰੱਖਿਆਂ ਕਦੀ ਵੀ ਰੱਜ ਨਹੀਂ ਆਉਂਦਾ। ਤੇ ਜਿਹੜਾ ਜਿਉਂ ਪਾਵਕ ਈਂਧਨ ਨਹੀਂ ਧਰਾਪੈ, ਅਰਥਾਤ ਅੱਗ ਕਦੀ ਨਹੀਂ ਕਹਿੰਦੀ ਮੈਂ ਰੱਜ ਗਈ ਹਾਂ, ਮੇਰੇ ਤੇ ਹੁਣ ਤੇਲ ਹੋਰ ਨਾ ਪਾਓ, ਬਾਲਣ ਹੋਰ ਨਾ ਪਾਓ, ਪਾਥੀਆਂ ਨਾ ਪਾਓ, ਲੱਕੜਾਂ ਹੋਰ ਨਾ ਪਾਓ, ਮੈਂ ਰੱਜ ਗਈ ਹਾਂ, ਉਹ ਕਦੀ ਵੀ ਨਹੀਂ ਰੱਜਦੀ। ਜਿੰਨਾ ਪਾਉਂਦੇ ਹੋ ਉਨੀ ਅੱਗ ਹੋਰ ਭੜਕਦੀ ਹੈ, ਅਰਥਾਤ ਬੰਦਾ ਜਿੰਨਾ ਅਮੀਰ ਹੁੰਦਾ ਉਹਦੀ ਤ੍ਰਿਸ਼ਨਾ ਵੀ ਹੋਰ ਉਨੀ ਵੱਧਦੀ ਹੈ। ਸਹਿਸ ਖਟੇ ਲੱਖ ਕੋ ਉਠਦਾ ਵੈ, ਮਨੁੱਖ 1000 ਕਮਾਉਂਦਾ ਹੈ ਤੇ ਲੱਖ ਲਈ ਫਿਰ ਦੌੜਾਂ ਲਾਉਂਦਾ ਹੈ। ਸੋ ਇਹ ਜਿਹੜਾ ਕੁਚੱਕਰ ਹੈਗਾ, ਇਹ ਵਿਸ਼ਿਅਸ ਸਾਈਕਲ ਹੈਗਾ, ਇਹ ਮੁੱਕਣ 'ਚ ਨਹੀਂ ਆਉਂਦਾ। ਸੋ ਬੰਦਾ ਇੱਦਾਂ ਹੀ ਖੱਪ ਖੱਪ ਕੇ ਮਾਇਆ ਦੇ ਪਿੱਛੇ ਦੌੜ ਦੌੜ ਕੇ ਮ੍ਰਿਤ ਤ੍ਰਿਸ਼ਨਾ ਵਾਂਗੂ ਆਪਣੀ ਜ਼ਿੰਦਗੀ ਇਹ ਮਨੁੱਖਾ ਜਨਮ ਗਵਾ ਲੈਂਦਾ ਹੈ। ਸੋ ਕਹਿੰਦੇ ਫਾਇਰ ਫਲੇਅਰਸ ਮੋਰ, ਅੱਗ ਹੋਰ ਭਾਂਬੜ ਉਹਦੇ ਵੱਧਦੇ ਨੇ, ਫਲੇਅਰਸ ਮੈਨੇ ਅੱਗ ਦੀਆਂ ਲਾਟਾਂ ਹੋਰ ਵੱਧਦੀਆਂ ਵਿਦ ਮੋਰ ਫਿਊਲ, ਜਿੰਨਾ ਤੁਸੀਂ ਉਹ 'ਚ ਬਾਲਣ ਪਾਉਂਦੇ ਹੋ। ਕਹਿੰਦੇ ਲਾਈਕਵਾਈਜ਼ ਉਸੀ ਤਰ੍ਹਾਂ ਮੋਰ ਮਨੀ ਲੀਡਸ ਟੂ ਮੋਰ ਕ੍ਰੇਵਿੰਗਸ ਫॉर ਇਟ, ਜ਼ਿਆਦਾ ਜਿਲੇ ਪੈਸਾ ਆਉਂਦਾ ਹੈ ਤੇ ਉਹ ਪੈਸੇ ਫਿਰ ਬੰਦੇ ਨੂੰ ਰੱਜ ਨਹੀਂ ਹੁੰਦਾ, ਫਿਰ ਪੈਸੇ ਦੀ ਤਾਂਘ ਹੋਰ ਵੱਧ ਜਾਂਦੀ ਹੈ, ਉਹ ਕਹਿੰਦਾ ਮੈਨੂੰ ਹੁਣ ਹੋਰ ਚਾਹੀਦਾ। ਦੀ ਆਥਰ ਸਟਿਲ ਵਾਂਟਿਡ ਮੋਰ ਮਨੀ ਬਿਕੋਜ਼, ਲਿਖਾਰੀ ਨੂੰ ਵੀ ਹੋਰ ਪੈਸਾ ਹਾਲੇ ਚਾਹੀਦਾ ਸੀ, ਡਿਸਪਾਈਟ ਬੀਇੰਗ ਆਲਰੇਡੀ ਰਿਚ, ਡਿਸਪਾਈਟ ਮੈਨੇ ਬਾਵਜੂਦ ਇਸਦੇ ਕਿ ਉਹ ਪਹਿਲਾਂ ਹੀ ਬੜਾ ਅਮੀਰ ਸੀ,
he wanted to be richer still, ਪਰ ਉਹ ਤੋਂ ਵੀ ਜ਼ਿਆਦਾ ਹਾਲੇ ਹੋਰ ਅਮੀਰ ਹੋਣਾ ਚਾਹੁੰਦਾ ਸੀ। ਇਹ ਬੱਚਿਓ ਇਹ ਮਾਇਆ ਦਾ ਕਰਾਮਾਤ ਹੈ, ਇਹ ਤੋਂ ਕੋਈ ਵਿਰਲਾ ਹੀ ਬਚ ਸਕਦਾ ਹੈ। ਸੋ ਬਚਣ ਦਾ ਇੱਕੋ ਹੀ ਤਰੀਕਾ ਹੈ ਕਿ ਮਨੁੱਖ ਸੰਗਤ ਕਰੇ, ਸੇਵਾ ਕਰੇ, ਵੰਡ ਕੇ ਛਕੇ ਤੇ ਗੁਰਬਾਣੀ ਪੜ੍ਹਦਾ ਰਹੇ ਤੇ ਗੁਰੂ ਤੋਂ ਸੇਧ ਲੈਂਦਾ ਰਹੇ, ਤਾਂ ਇਸ ਮਾਇਆ ਤੋਂ ਬਚਾਅ ਹੋ ਸਕਦਾ ਹੈ। ਸੋ ਕੁਐਸਚਨ ਨੰਬਰ 12, why did the author of the bewitched jacket decide to destroy the jacket? destroy ਨੇ ਤਬਾਹ ਕਰਨਾ, ਅਰਥਾਤ ਦੀ bewitched jacket ਦੇ ਲਿਖਾਰੀ ਨੇ ਉਸ ਜੈਕਟ ਨੂੰ ਡਿਸਟਰੋਏ ਕਰਨ ਦਾ, ਤਬਾਹ ਕਰਨ ਦਾ ਫੈਸਲਾ ਕਿਉਂ ਕੀਤਾ? what happened when he was destroying it? ਤੇ ਜਦੋਂ ਉਹਨੂੰ ਤਬਾਹ ਕਰ ਰਿਹਾ ਸੀਗਾ ਉਦੋਂ ਕੀ ਹੋਇਆ? ਸੋ ਜਵਾਬ ਹੈ every time the author drew money from his pocket, ਅਰਥਾਤ ਜਿੰਨੀ ਵਾਰੀ ਵੀ ਲਿਖਾਰੀ ਨੇ ਆਪਣੀ ਜੇਬ ਵਿੱਚੋਂ ਪੈਸੇ ਕੱਢੇ, something terrible and ਡਰਾਉਣੀ, ਦੁਖਦਾਈ, ਭਿਆਨਕ happen in the world, ਦੁਨੀਆ ਵਿੱਚ ਕੁਛ ਨਾ ਕੁਛ ਭਿਆਨਕ ਹੋਇਆ। and he could no longer bear his guilt feelings, guilt ਹੁੰਦਾ ਅਪਰਾਧੀ, feelings ਮੈਨੇ ਭਾਵ, ਉਹਨੂੰ ਅਪਰਾਧੀ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਵੀ ਇਹ ਮੇਰੇ ਕਰਕੇ ਇਹ ਲੋਕ ਮਰਦੇ ਪਏ ਨੇ, ਮੇਰੇ ਕਰਕੇ ਇਹ ਨੁਕਸਾਨ ਹੋ ਰਿਹਾ, ਮੇਰੇ ਕਰਕੇ ਇਹ ਇੱਦਾਂ ਹੋ ਰਿਹਾ। ਸੋ ਉਹ ਇਹ ਜਿਹੜੀ ਬੋਝ ਸੀਗਾ ਆਪਣੀ ਅਪਰਾਧੀ ਗਿਲਟ ਫੀਲਿੰਗਸ ਦਾ, ਅਪਰਾਧੀ ਭਾਵ ਦਾ, ਉਹਦੇ ਕੋਲ ਜਰ ਨਹੀਂ ਹੋਇਆ, ਉਹਦੀ ਆਤਮਾ ਤੇ ਬੋਝ ਬਣੀ ਗਿਆ। he could no longer bear his guilt feelings, ਇਸ ਕਰਕੇ ਉਹਨੇ ਇਹ ਜਿਹੜੀ ਹੈ ਜੈਕਟ ਡਿਸਟਰੋਏ ਕੀਤੀ। that is why he destroyed the jacket, ਇਸੇ ਕਰਕੇ ਉਹਨੇ ਜੈਕਟ ਨੂੰ ਡਿਸਟਰੋਏ ਕੀਤਾ। when he was destroying it, ਜਦੋਂ ਡਿਸਟਰੋਏ ਕਰ ਰਿਹਾ ਸੀਗਾ, he heard a human voice, ਉਹਨੂੰ ਇੱਕ ਮਨੁੱਖੀ ਆਵਾਜ਼ ਸੁਣੀ, which said, ਜਿਹਨੇ ਕਿਹਾ it is too late, ਭਾਈ ਹੁਣ ਬਹੁਤ ਦੇਰ ਹੋ ਗਈ, ਹੁਣ ਬਹੁਤ ਦੇਰੀ ਹੋ ਗਈ। ਅਸੀਂ ਕਹਿੰਦੇ ਅਬ ਪਛਤਾਏ ਹੋਤ ਕਿਆ ਜਬ ਚਿੜੀਆ ਚੁਗ ਗਈ ਖੇਤ, ਹਨਾ, ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ, ਜਦੋਂ ਧੁੱਪ ਨਿਕਲੀ ਸੀ ਤਾਂ ਤੂੜੀ ਨਹੀਂ ਸੁਕਾਈ, ਜਦੋਂ ਮੌਸਮ ਵਧੀਆ ਸੀ, ਆਕਾਸ਼ ਸਾਫ਼ ਸੀ, ਤਦ ਛੱਤ ਦੀ ਕੁਟਾਈ ਨਹੀਂ ਕੀਤੀ, ਹੁਣ ਮੀਂਹ ਪੈਣ ਲੱਗ ਗਿਆ, ਛੱਤ ਚੋਣ ਲੱਗ ਗਈ। ਹੁਣ ਮੀਂਹ ਪੈਂਦੇ ਸੌਣ ਭਾਦੋ ਦੇ ਮਹੀਨੇ 'ਚ ਉਹ ਜਿਹੜਾ ਕੋਠੇ ਦੀ ਕੁਟਾਈ ਕਿੱਦਾਂ ਕੀਤੀ ਜਾਵੇ, ਕੰਮ ਉਹੀ ਹੁੰਦਾ ਜਿਹੜਾ ਜਿਸ ਵੇਲੇ ਉਹਦਾ ਮੌਕਾ ਹੁੰਦਾ ਉਸ ਲਈ ਕੀਤਾ ਜਾਵੇ। ਸੋ ਉਹਦਾ ਮੁੱਢ ਹੀ ਗਲਤ ਸੀਗਾ ਤੇ ਇਸ ਕਰਕੇ ਗੜਬੜ ਹੋ ਗਈ। ਤੇ ਉਹਨੇ ਕਿਹਾ ਇਟ ਇਜ਼ ਟੂ ਲੇਟ, ਉਹਨੇ ਕਿਹਾ ਵੀ ਹੁਣ ਤੇ ਬਹੁਤ ਦੇਰੀ ਹੋ ਗਈ ਹੈ, ਵੀ ਤੂੰ ਸਾਰਾ ਕੁਛ ਇੰਨਾ ਕੁਛ ਗਵਾ ਬੈਠਾ, ਆਪਣਾ ਨੁਕਸਾਨ ਕੀਤਾ। however he could not see anyone here, ਪਰ ਉਹਨੂੰ ਉੱਥੇ ਕੋਈ ਵੀ, ਉਹਨੇ ਇੱਧਰ ਉੱਧਰ ਭਾਲਣ ਦੀ ਕੋਸ਼ਿਸ਼ ਕੀਤੀ ਕਿ ਕੌਣ ਬੋਲ ਰਿਹਾ ਇਟ ਇਜ਼ ਟੂ ਲੇਟ, ਉਹਨੂੰ ਕੋਈ ਉੱਥੇ ਨਜ਼ਰ ਨਹੀਂ ਆਇਆ। ਆਖਰੀ ਕੁਐਸਚਨ, do you think the author of the bewitched jacket was a happy man after getting rid of the jacket? ਅਰਥਾਤ ਕਹਿੰਦੇ ਜੈਕਟ ਤੋਂ ਛੁਟਕਾਰਾ ਪਾਉਣ ਮਗਰੋਂ, ਟੂ ਗੈਟ ਰਿਡ ਹੁੰਦਾ ਛੁਟਕਾਰਾ ਪਾਉਣਾ, ਉਹਨੇ ਡਿਸਟਰੋਏ ਕਰ ਦਿੱਤੀ। ਕਹਿੰਦੇ ਜੈਕਟ ਦੇ ਛੁਟਕਾਰਾ ਪਾਉਣ ਮਗਰੋਂ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਆਥਰ ਸੀਗਾ ਉਹ ਖੁਸ਼ ਸੀਗਾ? ਫਿਰ ਜਵਾਬ ਦਿਓ ਕਿਉਂ, ਵੀ ਖੁਸ਼ ਸੀ ਜਾਂ ਨਹੀਂ ਸੀ। ਸੋ ਉਹ 'ਚ ਦੋ ਭਾਵ ਨੇ, ਪਹਿਲੇ ਤੇ ਬੜਾ ਖੁਸ਼ ਹੋਇਆ, ਕਹਿੰਦਾ ਚੰਗਾ ਹੋਇਆ ਪੈਸੇ ਮੇਰੇ ਕੋਲ ਆ ਗਏ ਨੇ, ਜੈਕਟ ਮੈਂ ਛੱਡ ਦਿੱਤੀ ਹੈ ਤੇ ਪੈਸੇ ਮੇਰੇ ਕੋਲ ਆ ਗਏ, ਤੇ ਬੜਾ ਖੁਸ਼ ਸੀ ਤੇ ਫ੍ਰੀ ਸੀਗਾ ਵੀ ਹੁਣ ਮੈਨੂੰ ਅਪਰਾਧੀ ਫੀਲ ਕਰਨ ਦੀ ਵੀ ਲੋੜ ਨਹੀਂ ਹੈਗੀ, ਵੀ ਹੁਣ ਮੈਂ ਪੈਸੇ ਜਿੰਨੇ ਕੱਢਣੇ ਸੀ ਕੱਢ ਲੈਣੇ, ਹੁਣ ਹੋਰ ਕੱਢਣ ਦੀ ਲੋੜ ਨਹੀਂ ਪਏਗੀ। ਸੋ ਦੀ ਆਥਰ ਵਾਜ਼ ਇਨੀਸ਼ੀਅਲੀ ਉਹਨੇ ਪਹਿਲੇ ਪਹਿਲ ਵਾਜ਼ ਹੈਪੀ ਬਿਕੋਜ਼ ਹੀ ਫੈਲਟ ਦੈਟ ਹੀ ਵਾਜ਼ ਨਾਓ ਫ੍ਰੀ ਐਂਡ ਵੈਲਦੀ, ਉਹਨੂੰ ਇਹ ਮਹਿਸੂਸ ਹੋਇਆ ਕਿ ਹੁਣ ਉਹ ਜੈਕਟ ਤੋਂ ਆਜ਼ਾਦ ਹੋ ਗਿਆ, ਉਹ ਜਿਹੜੇ ਗਿਲਟ ਫੀਲਿੰਗ ਸੀ ਉੱਥੇ ਵੀ ਆਜ਼ਾਦ ਹੋ ਗਿਆ ਤੇ ਵੈਲਦੀ ਤੇ ਪੈਸਾ ਵੀ ਹੈਗਾ। ਪਰ ਦੈਨ ਹੀ ਫਾਊਂਡ ਦੈਟ ਆਲ ਹਿਜ਼ ਮਨੀ, ਪਰ ਫਿਰ ਉਹਨੂੰ ਪਤਾ ਲੱਗਿਆ ਕਿ ਜਿਹੜਾ ਪੈਸਾ ਉਹਨੇ ਇਕੱਠਾ ਕੀਤਾ ਸੀ, ਜਿਹੜੀ ਕਾਰ ਖਰੀਦੀ ਸੀ, ਐਂਡ ਵਿਲਾ ਹੈਡ ਵੈਨਿਸ਼ਡ, ਉਹ ਸਾਰੇ ਗਾਇਬ ਹੋ ਗਏ, ਕਾਰ ਵੀ ਗਾਇਬ ਹੋ ਗਈ, ਵਿਲਾ ਬੰਗਲਾ ਵੀ ਗਾਇਬ ਹੋ ਗਿਆ, ਤੇ ਸਾਰਾ ਪੈਸਾ ਜਿਹੜਾ ਇਕੱਠਾ ਕੀਤਾ ਸੀ ਉਹ ਵੀ ਗਾਇਬ ਹੋ ਗਿਆ। he was back to working again in the same place with difficulty, ਤੇ ਉਸੇ ਤਰ੍ਹਾਂ ਉਹ ਜਿਹੜੀ ਉਹ ਗਦੀਗੇੜ ਹੁੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਨਾ ਜਿਹੜਾ ਔਖੇ ਹੋ ਕੇ, ਉਸੇ ਫਰਮ ਵਿੱਚ ਉਸੇ ਕੰਪਨੀ 'ਚ ਉਹ ਕੰਮ ਕਰਨ ਦੀ ਜਿਹੜੀ ਜਿੱਥੋਂ ਸ਼ੁਰੂ ਹੋਇਆ ਸੀ ਉੱਥੇ ਮੁੜ ਕੇ ਆ ਗਿਆ। he was then sad, ਫਿਰ ਉਹ ਉਦਾਸ ਹੋ ਗਿਆ, and worried, ਚਿੰਤਿਤ ਹੋ ਗਿਆ, that the tailor would come one day asking for the final settling of the account, ਤੇ ਉਹਨੂੰ ਇਹ ਵੀ ਧੁੜਕੂ ਜਾ ਰਿਹਾ ਕਿਤੇ ਹੁਣ ਟੇਲਰ ਨਾ ਆ ਜਾਵੇ ਤੇ ਕਹੇ ਜੀ ਜਿਹੜਾ ਉਹ ਬਿੱਲ ਹੈਗਾ ਇਹਦਾ ਸੂਟ ਬਣਾਇਆ ਸੀ ਤੁਹਾਡਾ ਇੰਨਾ ਹੈ ਉਹ ਦੇ ਦੇਵੋ। ਅਰਥਾਤ ਉਹ ਇੱਕ ਸਧਾਰਨ ਜਿਹਾ ਬੰਦਾ ਉਹ ਬਣ ਗਿਆ। ਸੋ ਇਸੇ ਤਰ੍ਹਾਂ ਬੱਚਿਓ ਕਹਿੰਦੇ ਜਿਹੜੀ ਮੱਛੀ ਹੈਗੀ ਹੈ ਉਹ ਪੱਥਰ ਚੱਟ ਕੇ ਮੁੜਦੀ ਹੈ। ਸੋ ਸਿਆਣਿਆਂ ਨੇ ਜੋ ਗੱਲਾਂ ਕਹੀਆਂ ਨੇ ਗੁਰਬਾਣੀ 'ਚ, ਜੋ ਸਾਨੂੰ ਉਪਦੇਸ਼ ਦਿੱਤੇ ਨੇ ਜੀਵਨ ਜੀਉਣ ਦੇ ਢੰਗ ਦੇ, ਉਹਨਾਂ ਨੂੰ ਸਿਰ ਮੱਥੇ ਮੰਨ ਕੇ ਜੀਵਨ 'ਚ ਅਪਣਾ ਲੈਣਾ ਚਾਹੀਦਾ, ਲੋਕਾਂ ਦੇ ਮਗਰ ਬਿਲਕੁਲ ਨਹੀਂ ਲੱਗਣਾ ਚਾਹੀਦਾ। ਤੇ ਫਿਰ ਅਸੀਂ ਇਹੋ ਜਿਹੀਆਂ ਜਿਹੜੀਆਂ ਮੁਸੀਬਤਾਂ ਨੇ, ਇਹੋ ਜਿਹੇ ਜਿਹੜੇ ਝੰਜਟ ਨੇ, ਝਮੇਲੇ ਨੇ, ਇਹੋ ਜਿਹੀ ਜਿਹੜੀਆਂ ਗੰਢਾਂ ਜਿਹੜੀਆਂ ਅਸੀਂ ਦਿੰਦੇ ਹਾਂ, ਤੇ ਫਿਰ ਉਹ ਕਹਿੰਦੇ ਨਾ ਇਹ ਹੱਥਾਂ ਦੀਆਂ ਦਿੰਦੀਆਂ ਗੰਢਾਂ ਕਈ ਵਾਰ ਉਹ ਦੰਦਾਂ ਦੇ ਨਾਲ ਵੀ ਨਹੀਂ ਖੁੱਲ੍ਹਦੀਆਂ। ਸੋ ਜਿਹੜੇ ਮੁਸੀਬਤਾਂ ਇੱਦਾਂ ਪੈ ਜਾਂਦੀਆਂ ਆਪਣੀਆਂ ਅਗਿਆਨਤਾ ਕਰਕੇ ਜਾਂ ਆਪਣੀ ਜਿਹੜੀਆਂ ਮੂਰਖਤਾਵਾਂ ਕਰਕੇ, ਉਹ ਫਿਰ ਉਹਨਾਂ ਨੂੰ ਸੁਲਝਾਉਣਾ ਬੜਾ ਔਖਾ ਹੋ ਜਾਂਦਾ ਹੈ। ਸੋ ਇਹ ਕਹਾਣੀ ਬੜੀ ਵਧੀਆ ਸੀ, ਰੋਚਕ, ਮਤਲਬ ਕਿ
ਹੈ ਤੇ ਫੇਰੀ ਟੇਲ ਹੀ ਸੀ, ਪਰੀਆਂ ਵਾਲੀ ਕਹਾਣੀ, ਕਾਲਪਨਿਕ ਕਹਾਣੀ ਸੀ, ਪਰ ਇਹ 'ਚੋਂ ਸਿੱਖਿਆ ਬੜੀ ਵਧੀਆ ਮਿਲਦੀ ਹੈ। ਸੋ ਪਿਆਰੇ ਵਿਦਿਆਰਥੀਓ, ਤੁਸੀਂ ਇਸੇ ਤਰ੍ਹਾਂ ਨੇਮ ਨਾਲ, ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ, ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।